ਡੰਡੋਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਡੋਲਨ ਤੇ ਆਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਮੂਹ ਉਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨ ਜੋ ਕਾਲ ਕਿਰਪਾ ਕਰਾਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਪ੍ਰਭ ਭਾਵੈ ਮਾਨੁਖ ਗਤ ਪਾਵੈ ਪ੍ਰਭ ਭਾਵੈ ਤਾ ਪਾਥਰ ਤਰਾਵੈ ਪ੍ਰਭ ਭਾਵੈ ਮਾਨੁਖ ਗਤ ਪਾਵੈ ਪ੍ਰਭ ਭਾਵੈ ਤਾ ਪਾਥਰ ਤਰਾਵੈ ਪ੍ਰਭ ਭਾਵੈ ਬਿਨ ਸਾਸ ਤੇ ਰਖੈ ਪ੍ਰਭ ਭਾਵੈ ਤਾ ਹਰ ਗੁਣ ਭਖੈ ਪ੍ਰਭ ਭਾਵੈ ਤਾ ਪਤਿ ਉਧਾਰੈ ਆਪ ਕਰੈ ਆਪਨ ਵਿਚਾਰੈ ਦੋਹਾ ਸਰਿਆ ਕਾ ਆਪ ਸੁਆਮੀ ਖਿਲੈ ਬਿਗਸੈ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨ ਆਵੈ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨ ਆਵੈ ਪ੍ਰਭ ਭਾਵੈ ਮਾਨੁਖ ਗਤ ਪਾਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਖਸ਼ਿਸ਼ ਦਾ ਸਦਕਾ ਆਪ ਸਾਰੇ ਮਾਈ ਭਾਈ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਸਮੂਹ ਸੰਗਤ ਗ੍ਰੰਥੀ ਸਿੰਘ ਰਾਗੀ ਸਿੰਘ ਢਾਡੀ ਸਿੰਘ ਗਿਆਨੀ ਸਿੰਘ ਸਾਰੇ ਸੇਵਾਦਾਰ ਸਤਿਗੁਰੂ ਜੀ ਦੀ ਚਲਾਈ ਹੋਈ ਪਰੰਪਰਾ ਨੂੰ ਮੁੱਖ ਰੱਖ ਕੇ ਜੋ ਲੜੀਵਾਰ ਕਥਾ ਇਸ ਸਥਾਨ ਤੇ ਆਰੰਭ ਹੈ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਆਪ ਜੀ ਵਿਚਾਰਾਂ ਸਰਵਣ ਕਰਦੇ ਹੋ। ਸੁੱਖਾਂ ਦੀ ਮਣੀ ਇਹ ਸੁੱਖਾਂ ਨੂੰ ਪੈਦਾ ਕਰਨ ਵਾਲੀ ਹੈ। ਜਿਵੇਂ ਚਿੰਤਾ ਮਣੀ ਦੇਵਲੋਕ ਉਹਨਾਂ ਦਾ ਖਿਆਲ ਹੈ ਕਿ ਜਿਹਦੇ ਪਾਸ ਹੋਵੇ ਚਿੰਤਾ ਦੂਰ ਹੁੰਦੀ ਹੈ। ਪਰ ਇਹ ਜਿਹੜੀ ਪਵਿੱਤਰ ਬਾਣੀ ਹੈ ਪੁਰਾਣੇ ਮੱਤ ਦੇ ਜਿਵੇਂ ਸਨਾਤਨੀ ਲੋਕ ਗੀਤਾ ਜੀ ਦਾ ਪਾਠ ਕਰਦੇ ਸੀ ਗੁਰਸਿੱਖਾਂ ਦੀ ਬੇਨਤੀ ਤੋਂ ਕਿ ਸਾਡੇ ਵਾਸਤੇ ਕੋਈ ਐਸੀ ਬਾਣੀ ਦੀ ਦਾਤ ਬਖਸ਼ੋ ਜਿਹਦੇ ਕਰਨ ਨਾਲ 24,000 ਸਵਾਸ ਦੀ ਸਫਲਤਾ ਹੋ ਜਾਏ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਹੈ ਸਰੋਵਰ ਦੇ ਕਿਨਾਰੇ ਨਾਲ ਹੀ ਬੇਰੀ ਦਾ ਬ੍ਰਿਕਸ਼ ਹੈ ਉੱਥੇ ਉਹ ਸਥਾਨ ਬਣਿਆ ਹੋਇਆ ਜਿੱਥੇ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕੀਤੀ ਹੈ। ਇਸੇ ਸਥਾਨ ਤੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸੰਪਾਦਨਾ ਹੋਈ ਸੀ। ਇੱਥੋਂ ਹੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਭਜਨ ਕੀਰਤਨ ਕਰਦਿਆਂ ਗੁਰੂ ਸਾਹਿਬ ਜੀ ਨੇ ਦਰਬਾਰ ਸਾਹਿਬ
ਪ੍ਰਕਾਸ਼ ਕਰਾਏ ਸਨ। ਅੱਜ ਵੀ ਉਹ ਪਹਿਲਾ ਪ੍ਰਕਾਸ਼ ਦਾ ਦਿਨ ਨਗਰ ਕੀਰਤਨ ਦੀ ਆਰੰਭਤਾ ਇਸੇ ਸਥਾਨ ਤੋਂ ਹੋ ਕੇ ਦਰਬਾਰ ਸਾਹਿਬ ਸੰਪੂਰਨਤਾ ਹੁੰਦੀ ਹੈ। ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਇਹ ਬਖਸ਼ਿਸ਼ ਕੀਤੀ ਹੈ। ਇਸ ਪਾਵਨ ਬਾਣੀ ਵਿੱਚੋਂ ਆਪ ਜੀ ਵਿਚਾਰਾਂ ਸਰਵਣ ਕਰ ਰਹੇ ਹੋ। ਗਿਆਨੀ ਜੀ ਨੇ ਆਪ ਜੀ ਨੂੰ ਪਾਠ ਸਰਵਣ ਕਰਾਇਆ ਹੈ। ਪ੍ਰੇਮ ਨਾਲ ਵਿਚਾਰ ਸਰਵਣ ਕਰਕੇ ਸਮਾਂ ਸਫਲ ਬਣਾਈਏ। ਪ੍ਰਭ ਭਾਵੈ ਮਾਨੁਖ ਗਤ ਪਾਵੈ। ਜੇ ਪ੍ਰਭੂ ਅਕਾਲ ਪੁਰਖ ਨੂੰ ਭਾਜੈ, ਮਨੁੱਖ ਫਿਰ ਗਤੀ ਮੁਕਤੀ ਨੂੰ ਪਾ ਲੈਂਦਾ ਹੈ। ਆਤਮਾ ਗਤ ਜਿਹੜੀ ਮਨ ਦੀ ਰਫਤਾਰ ਹੈ, ਇਸ ਦੇ ਉੱਤੇ ਕਾਬੂ ਪਾ ਲੈਂਦਾ। ਸੰਕਲਪ ਵਿਕਲਪ ਜਿਹੜੇ ਹੈ, ਇਹਨਾਂ ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ। ਕਿਉਂਕਿ ਮਨ ਜੀਤਾ ਜਗ ਜੀਤ। ਜਿਸ ਨੇ ਮਨ ਨੂੰ ਜਿੱਤ ਲਿਆ, ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਜੀਤਾ ਸਭ ਰਿਪ ਜੀਤੇ। ਜਿਨ੍ਹਾਂ ਨੇ ਮਨ ਨੂੰ ਕਾਬੂ ਵਿੱਚ ਕਰ ਲਿਆ, ਸਾਰਾ ਸੰਸਾਰ ਹੀ ਕਾਬੂ ਵਿੱਚ ਆ ਗਿਆ। ਯੁਧਿਸ਼ਠਰ ਤੋਂ ਯਕਸ਼ ਨੇ ਬਹੁਤ ਸਾਰੇ ਪ੍ਰਸ਼ਨ ਪੁੱਛੇ ਸੀ, ਜਿਨ੍ਹਾਂ ਵਿੱਚੋਂ ਇੱਕ ਪ੍ਰਸ਼ਨ ਇਹ ਸੀ, ਸਭ ਨਾਲੋਂ ਦੁਨੀਆ ਤੇ ਤੇਜ਼ ਚੀਜ਼ ਕੀ ਹੈ? ਯੁਧਿਸ਼ਠਰ ਜੀ ਨੇ ਕਿਹਾ ਕਿ ਸਭ ਨੂੰ ਤੇਜ਼ ਰਫਤਾਰ ਵਾਲੀ ਚੀਜ਼ ਮਨ ਹੈ। ਨਿਮਕ ਮਾਨੀ 4 ਕੁੰਟ ਫਿਰਿਆ ਵਾ। ਇੱਕ ਨਿਮਕ ਕੇ 4 ਕੁੰਟਾਂ ਚਾਰੇ ਦੇਸ਼ਾਂ ਘੁੰਮੇ ਆਉਂਦਾ। ਇਹ ਕਿਹੜਾ ਵੀਜ਼ਾ ਲੈਣਾ ਜਾਂ ਕੋਈ ਮੋਹਰ ਲਾਉਣੀ ਹੈ, ਜਿੱਥੇ ਮਰਜ਼ੀ ਘੁੰਮ ਲੈਂਦਾ ਹੈ। ਵੀਜ਼ੇ ਤਾਂ ਸਰੀਰਾਂ ਵਾਸਤੇ ਹੀ ਹੈ, ਇਹਦੇ ਵਾਸਤੇ ਵੀਜ਼ਿਆਂ ਦੀ ਲੋੜ ਨਹੀਂ। ਇੰਨੀ ਦੀ ਰਫਤਾਰ ਤੇਜ਼ ਹੈ। ਭਾਵੇਂ ਅੱਜ ਕੱਲ੍ਹ ਬੜੀਆਂ ਤੇਜ਼ ਰਫਤਾਰ ਵਾਲੀਆਂ ਚੀਜ਼ਾਂ ਪੈਦਾ ਹੋ ਗਈਆਂ ਵਿਗਿਆਨ ਦੇ ਯੁੱਗ 'ਚ, ਪਰ ਮਨ ਸਭ ਨਾਲੋਂ ਤੇਜ਼ ਹੈ। ਇਹਦੀ ਗਤੀ ਬੜੀ ਬਲਵਾਨ ਹੈ। ਤੇ ਇੰਨੇ ਤੇਜ਼ ਮਨ ਨੂੰ ਕਾਬੂ ਕਰਨ ਵਾਸਤੇ ਕੋਈ ਯੰਤਰ ਹੈ, ਕੋਈ ਮਜ਼ਾਇਲ ਹੈ, ਪਰ ਇਹ ਹੈ ਗੁਰੂ ਦਾ ਸ਼ਬਦ। ਜਿਵੇਂ ਪਾਰੇ ਵਿੱਚ ਬੂਟੀ ਪੈ ਜਾਏ, ਉਸੇ ਵੇਲੇ ਉਹ ਆਪਣੀ ਹੋਂਦ ਗਵਾ ਦਿੰਦਾ। ਗੁਰੂ ਦਾ ਸ਼ਬਦ ਮਨ ਹੈ ਅਸਥਮ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ। ਪ੍ਰਭ ਭਾਵੈ ਮਾਨੁਖ ਗਤ ਪਾਵੈ। ਜੇ ਮਨੁੱਖ ਦਾ ਕੀਤਾ ਹੋਇਆ ਕੋਈ ਪੁੰਨ ਕਰਮ, ਸੇਵਾ ਜਾਂ ਸਿਮਰਨ, ਉਸ ਤੇ ਸਤਿਗੁਰੂ ਜੀ ਪ੍ਰਸੰਨ ਹੋ ਜਾਣ, ਫਿਰ ਜਿਹੜਾ ਇਨਸਾਨ ਹੈ, ਇਹ ਗਤੀ ਕਲਿਆਣ ਨੂੰ ਪ੍ਰਾਪਤ ਕਰ ਲੈਂਦਾ ਹੈ। ਪ੍ਰਭ ਭਾਵੈ ਤਾ ਪਾਥਰ ਤਰਾਵੈ। ਜੇ ਪ੍ਰਭੂ ਨੂੰ ਭਾ ਜਾਏ ਤੇ ਪੱਥਰ ਵਾਂਗ ਜਿਹੜੇ ਜੜ ਬੁੱਧੀ ਵਾਲੇ ਮਨੁੱਖ ਹੈ, ਉਹ ਵੀ ਸੰਸਾਰ ਸਾਗਰ ਤੋਂ ਤਰ ਜਾਂਦੇ ਆ। ਅਥਵਾ ਜਿਹੜੇ ਸਾਖਸ਼ਾਤ ਪੱਥਰ ਹੈ, ਉਹ ਵੀ ਪਾਣੀ ਤੇ ਤਰ ਜਾਂਦੇ ਆ। ਰਵਾਲਸਰ ਸਾਹਿਬ ਜਾਓ, ਉੱਥੇ ਅੱਜ ਵੀ ਉਹ ਪੱਥਰ ਪਾਣੀ ਤੇ ਤਰ ਰਹੇ ਹੈ। ਸੋ ਇਸੇ ਤਰ੍ਹਾਂ ਜਦੋਂ ਸ਼੍ਰੀ ਰਾਮ ਚੰਦਰ ਜੀ ਲੰਕਾ ਨੂੰ ਫਤਿਹ ਕਰਨਾ ਸੀ, ਪੁਲ ਬੰਨ੍ਹਣ ਵਾਸਤੇ ਨਾਰਨਜੀਤ ਦੀ ਡਿਊਟੀ ਲਾਈ। ਉਹਨਾਂ ਨੂੰ ਗੁਰੂ ਦਾ ਸਰਾਪ ਸੀ, ਤੁਹਾਡੇ ਡੋਬੇ ਪੱਥਰ ਵੀ ਨਹੀਂ ਡੁੱਬਣਗੇ। ਪਰ ਉਸ ਵੇਲੇ ਵਰ ਦੇ ਰੂਪ 'ਚ ਕੰਮ ਆਏ। ਕੋਈ ਉੱਧਰ ਨਿਕਲ ਜਾਏ, ਕੋਈ ਉੱਧਰ। ਫਿਰ ਉਹਨਾਂ ਦੇ ਪਰਮੇਸ਼ਰ ਦਾ ਨਾਮ ਲਿਖਣਾ, ਇੱਕ ਤੇ ਆ, ਦੂਏ ਤੇ ਮਾਂ। ਸਰਵਰ ਪਰ ਗਿਰਵਰ ਤਰੇ, ਜਿਉਂ ਤਰਵਰ ਕੇ ਬਾਤ। ਸਾਗਰ ਤੇ ਕਹਿੰਦੇ ਉਹ ਪੱਥਰ ਇਉਂ ਤਰ ਗਏ ਜਿਵੇਂ ਦਰਖਤ ਦਾ ਪੱਤਾ ਤਰ ਜਾਂਦਾ। ਇਸ ਵਾਸਤੇ ਜੇ ਪ੍ਰਭੂ ਨੂੰ ਭਾ ਜਾਏ ਤੇ ਪੱਥਰ ਵੀ ਤਰ ਜਾਂਦੇ ਆ। ਅਥਵਾ ਪੱਥਰ ਵਾਂਗ ਜਿਹੜੇ ਕਠੋਰ ਵਿਅਕਤੀ ਵਾਲੇ ਮਨੁੱਖ ਹੈ, ਜਦੋਂ ਬਾਣੀ ਦੀ ਵਿਚਾਰ ਸੁਣਦੇ ਆ, ਉਹਨਾਂ ਦਾ ਮਨ ਵੀ ਬੜਾ ਨਰਮ ਹੋ ਜਾਂਦਾ। ਸ਼ਰਧਾ ਭਗਤੀ ਦਾ ਬੀਜ ਪੈਦਾ ਹੋ ਜਾਂਦਾ, ਸਮੱਤ ਮਿਲ ਜਾਂਦੀ ਹੈ। ਉਹ ਜਿਹੜੇ ਪੁਰਸ਼ ਹਨ, ਉਹ ਵੀ ਭਾਈ ਤਰ ਜਾਂਦੇ ਹਨ। ਪ੍ਰਭ ਭਾਵੈ ਬਿਨ ਸਾਸ ਤੇ ਰੱਖੈ। ਚਾਹੇ ਵਿਸ਼ਈ ਹੈ, ਚਾਹੇ ਪਾਂਬਰ ਹੈ, ਚਾਹੇ ਜਗਿਆਸੂ ਹੈ, ਚਾਹੇ ਗਿਆਨੀ ਹੈ,
ਤੇ ਮਹਾਰਾਜ ਦੀ ਕਿਰਪਾ ਦੇ ਨਾਲ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ। ਜਿਵੇਂ ਲੰਕਾ ਦਾ ਰਾਜਾ ਸੁਰਾਂਖ ਉਹ ਮਹਾਭਾਰਤ ਦਾ ਯੁੱਧ ਦੇਖਣ ਵਾਸਤੇ ਆਇਆ, ਕੁਦਰਤੀ ਕ੍ਰਿਸ਼ਨ ਜੀ ਨਾਲ ਮਿਲਾਪ ਹੋਇਆ। ਕ੍ਰਿਸ਼ਨ ਜੀ ਕਹਿਣ ਲੱਗੇ ਕਿਵੇਂ ਆ? ਕਹਿੰਦੇ ਯੁੱਧ ਦੇਖਣ ਵਾਸਤੇ ਆਇਆ। ਕਹਿੰਦੇ ਕਿਹੜੇ ਪੱਖ ਵਿੱਚ? ਕਹਿੰਦੇ ਦੁਰਯੋਧਨ ਦੇ। ਕਹਿੰਦੇ ਤੇਰਾ ਕਰਤੱਵ ਕੀ ਹੈ? ਕਹਿੰਦੇ ਕਿਸੇ ਜਾਤੀ ਦੇ ਇੱਕ ਵਿਅਕਤੀ ਨੂੰ ਤੀਰ ਮਾਰਾਂ, ਜਾਤੀ ਦੇ ਸਾਰੇ ਪੁਰਸ਼ ਬਿੰਨੇ ਜਾਣਗੇ। ਕਹਿੰਦੇ ਕਮਾਲ ਹੈ। ਕਹਿੰਦੇ ਪਿਆ ਪ੍ਰੀਖਿਆ ਦੇ ਪੱਤੇ ਵਿੱਚ ਇੱਕ ਤੀਰ ਮਾਰ। ਇੱਕ ਪੱਤਾ ਜਿਹੜਾ ਸੀ ਕ੍ਰਿਸ਼ਨ ਜੀ ਨੇ ਆਪਣੇ ਚਰਨ ਥਲੇ ਨੱਪ ਲਿਆ। ਜਦੋਂ ਉਹਨੂੰ ਤੀਰ ਮਾਰਿਆ ਸਾਰੇ ਪੱਤੇ ਬਿੰਨੇ ਗਏ ਤੇ ਚਰਨ ਵਾਲਾ ਵੀ ਬਿੰਨਿਆ। ਕਹਿੰਦੇ ਇਹ ਤਾਂ ਫਿਰ ਇਸ ਤਰ੍ਹਾਂ ਪਾਂਡਵਾਂ ਦੀ ਸਾਰੀ ਸੈਨਾ ਦਾ ਹੀ ਸਫਾਇਆ ਕਰਦਾ ਹੈਗਾ। ਕਹਿੰਦੇ ਵੀ ਜਿਹੜਾ ਸੂਰਮਾ ਹੁੰਦਾ ਦਾਨੀ ਵੀ ਬੜਾ ਹੁੰਦਾ। ਕ੍ਰਿਸ਼ਨ ਜੀ ਨੇ ਬ੍ਰਾਹਮਣ ਦਾ ਰੂਪ ਧਾਰਿਆ ਸੀ, ਕੋਈ ਦਕਸ਼ਣਾ ਦਿਓ। ਕਹਿੰਦੇ ਮੰਗੋ। ਕਹਿੰਦੇ ਪ੍ਰਤਿਗਿਆ ਕਰਕੇ ਦੇਵਾਂਗਾ। ਪ੍ਰਤਿਗਿਆ ਕਰਤੀ ਜੋ ਮੰਗੋਗੇ। ਉਹ ਕਹਿੰਦੇ ਸਿਰ ਦੇ ਦੇ। ਕਹਿੰਦੇ ਮੈਂ ਤਾਂ ਇਹ ਯੁੱਧ ਦੇਖਣ ਆਇਆ ਸੀ। ਕਹਿੰਦੇ ਯੁੱਧ ਤੈਨੂੰ ਦਿਖਾ ਦਿਆਂਗੇ, ਤੇਰੇ ਅੰਦਰ ਚੇਤਨ ਕਲਾ ਕਾਇਮ ਕਰਾਂਗੇ। ਸਦਾਰਿਸ਼ਨ ਨਾਲ ਉਹਦਾ ਸਿਰ ਵੱਢ ਦਿੱਤਾ, ਇੱਕ ਟੰਬੇ ਤੇ ਟੰਗ ਦਿੱਤਾ ਤੇ ਉਹਨੂੰ ਸਾਰਾ ਯੁੱਧ ਦੇਖਿਆ। ਜੇ ਪ੍ਰਭੂ ਨੂੰ ਭਾ ਜਾਏ ਉਹ ਬਿਨਾਂ ਸਵਾਸਾਂ ਤੋਂ ਵੀ ਰੱਖ ਸਕਦਾ ਹੈ। ਹੁਣ ਬਾਬਾ ਦੀਪ ਸਿੰਘ ਜੀ ਦਾ ਸੀਸ ਇਸ ਪਵਿੱਤਰ ਧੜ ਨੂੰ ਸਾਂਝੇ ਵਾਰ ਨਾਲ ਜੁਦਾ ਹੋ ਗਿਆ। ਜਦੋਂ ਸੀਸ ਜੁਦਾ ਹੋ ਜਾਏ ਸਵਾਸ ਕਲਾ ਕਿਵੇਂ ਆ ਸਕਦੀ? ਪਰ ਜੇ ਪ੍ਰਭੂ ਨੂੰ ਭਾਵੇ ਉਹ ਰੱਖ ਲੈਂਦੇ ਆ। ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉਂ ਹੋਤੀ 60, ਰਾਵਣ ਹੋਤੇ ਸੁਰਾਂਕਨ ਜਨ ਸਿਰ ਦੀਨੇ ਕਾਠ। ਸੰਮਣ ਭੂਸ਼ਣ ਦਾ ਪ੍ਰਸੰਗ, ਭੂਸ਼ਣ ਦਾ ਪ੍ਰਸੰਗ ਇਸੇ ਤਰ੍ਹਾਂ ਹੀ ਧੜ ਨਾਲ ਸਿਰ ਜੋੜ ਕੇ ਰੱਖਿਆ ਸੀ। ਇਹ ਸਾਖੀ ਆਪ ਜੀ ਨੇ ਕਈ ਵਾਰੀ ਸੁਣੀ ਹੈ। ਗੁਰੂ ਅਰਜਨ ਸਾਹਿਬ ਦੇ ਸਿੱਖ ਸੀ, ਗਰੀਬ ਸੀ, ਮਜ਼ਦੂਰੀ ਕਰਦੇ ਸੀ। ਸ਼ੌਕ ਜਾਗਿਆ ਕਿ ਗੁਰੂ ਮਹਾਰਾਜ ਨੂੰ ਸੰਗਤ ਨੂੰ ਭੋਜਨ ਛਕਾਈਏ। ਕਿਸੇ ਸ਼ਾਹੂਕਾਰ ਨਾਲ ਪੈਸੇ ਲੈਣ ਦੀ ਗੱਲ ਕੀਤੀ, ਮੰਨ ਗਿਆ ਔਰ ਕਿਸੇ ਵਿਰੋਧੀ ਨੇ ਚੁੱਕ ਦਿੱਤਾ। ਇਹ ਤਾਂ ਮਜ਼ਦੂਰੀ ਕਰਕੇ ਪੇਟ ਪਾਲਦੇ ਆ, ਇਹਨਾਂ ਤੋਂ ਇੰਨੇ ਪੈਸੇ ਕਿੱਥੋਂ ਲੈਣੇ? ਤਾਂ ਵਿਆਜ ਕਿੱਥੋਂ ਮਿਲਣਾ? ਅੱਜ ਮਜ਼ਦੂਰੀ ਇੱਥੇ ਕਰਦੇ, ਕੱਲ੍ਹ ਹੋਰ ਥਾਂ ਚਲੇ ਜਾਣਗੇ, ਕਿੱਥੋਂ ਲੈ ਜਾਏਗਾ? ਉਹ ਖੜੇ ਪੈਰ ਮੁੱਕਰ ਗਿਆ। ਉਧਰ ਹੁਣ ਸੰਗਤ ਨੂੰ ਨਹੀਂ ਉਹਦਾ ਦਿੱਤਾ ਹੋਇਆ ਤੇ ਗਰੀਬ ਨੂੰ ਕੌਣ ਦਿੰਦਾ? ਇਹਨੇ ਮਿੰਨਤਾਂ ਲਾ ਵੀ ਕੀਤਾ ਪਰ ਮੰਨਿਆ ਨਹੀਂ। ਵਕੀਲੀ ਉਹਨੇ ਵਿਚਾਰ ਕੀਤੀ, ਆਪਾਂ ਇਉਂ ਕਰੀਏ, ਆਪਾਂ ਬਚਨ ਤਾਂ ਇਹਦੇ ਨਾਲ ਕੀਤਾ ਹੀ ਹੈ ਤੇ ਇਹਦੇ ਘਰੋਂ ਉਨੀ ਮਾਇਆ ਚੁੱਕ ਲਈਏ ਤੇ ਆਪਣਾ ਕੰਮ ਚਲਾ ਲਈਏ। ਬਾਅਦ ਵਿੱਚ ਜਿੰਨਾ ਵਿਆਜ ਬਣੂਗਾ ਪਾ ਕੇ ਉਵੇਂ ਰੱਖਿਆਵਾਂਗੇ। ਗੱਜ ਕੇ ਬੋਲੋ। ਤੇ ਬਚਨ ਤੋਂ ਤਾਂ ਇਹੀ ਫਿਰਿਆ। ਇਸੇ ਤਰ੍ਹਾਂ ਹੋ ਗਏ ਕਿ ਜਦੋਂ ਭੂਸ਼ਣ ਮੋਹ ਹੁੰਦੇ ਸੀ ਪੁਰਾਣੀਆਂ ਛੱਤਾਂ 'ਚ, ਅਸੀਂ ਵੀ ਦੇਖਿਆ ਉਹਨਾਂ ਰਾਹੀਂ ਦਾਣੇ ਆਦਿ ਲੋਕ ਕੱਢਿਆ ਪਾਇਆ ਕਰਦੇ ਸੀ। ਪਿਤਾ ਨਿਕਲ ਗਿਆ ਤੇ ਪੁੱਤਰ ਥੱਲੇ ਰਹਿ ਗਿਆ। ਉਧਰ ਸਾਧ ਸੰਗਤ ਜੀ ਦਿਨ ਚੜ ਗਿਆ, ਉਹ ਨੀਚੋਂ ਫੜ ਲਿਆ, ਉਹ ਤੋਂ ਸੀਸ ਕੱਟ ਲਿਆ, ਘਰ ਲਾਇਆ। ਹੁਣ ਪਛਾਣ ਬੰਦੇ ਦੀ ਸੀਸ ਨਾਲ ਹੀ ਹੈ। ਉਹ ਸ਼ਾਹੂਕਾਰ ਡਰ ਪਿਆ ਵੀ ਕੌਣ ਸੀ, ਇਹ ਕਤਲ ਨਾ ਪੈ ਜਾਏ। ਉਹ ਹੁਣ ਸਾਹਮਣੇ ਦੇ ਘਰ ਆ ਗਿਆ ਕਿ ਆ ਪੈਸੇ ਵੀ ਲੈ, ਹੋਰ ਜਿੰਨੀ ਮਾਇਆ ਤੈਂ ਕਿ ਤੂੰ ਧੜ ਚੁੱਕ। ਧੜ ਤੋਂ ਉਹਦੇ ਪੁੱਤਰ ਦਾ ਲੈ ਆ, ਸੀਸ ਨਾਲ ਜੋੜ ਕੇ ਉੱਤੇ ਚਾਦਰਾ ਪਾਤਾ, ਮੰਜਾ ਵਿਛਾ ਕੇ ਲਟਾਤਾ। ਲੰਗਰ ਪਾਣੀ ਤਿਆਰ ਹੋਇਆ, ਮਹਾਰਾਜ ਆਏ, ਸੰਗਤ ਆਈ, ਭੋਜਨ ਵਰਤਣ ਲੱਗਿਆ।
ਹਜ਼ੂਰ ਪਾਤਸ਼ਾਹ ਕਹਿੰਦੇ ਸਾਹਮਣ ਮੂਸਣ ਨਹੀਂ ਆਇਆ। ਉਹ ਨਿੰਦਾ ਜਿੱਦਣ ਦੇਣ ਗਿਆ ਨਾਲ ਸੀ। ਉਹ ਬਾਲਕ ਬੜਾ ਪਿਆਰਾ ਸੀ, ਬੜਾ ਭੋਲਾ ਭਾਲਾ, ਬੜੀ ਹਰਮਨ ਪਿਆਰੀ ਰੂਹ ਸੀ। ਉਹ ਜਾਤੀ ਆਉਂਦਾ ਨਹੀਂ, ਭੋਜਨ ਨਹੀਂ ਛਕਣਾ ਨਹੀਂ। ਕਹਿੰਦੇ ਮਹਾਰਾਜ ਦੂਰ ਗਿਆ, ਕਹਿੰਦੇ ਬੁਲਾ ਲਿਆ, ਆਵਾਜ਼ ਮਾਰ। ਕਹਿੰਦੇ ਮੇਰੀ ਆਵਾਜ਼ ਨਹੀਂ ਤੁਹਾਡੀ ਪਹੁੰਚੇਗੀ। ਹਜ਼ੂਰ ਕਹਿੰਦੇ ਮੂਸਣਾ ਅਸੀਂ ਤੇਰੇ ਘਰ ਆਏ, ਤੂੰ ਕਿੱਥੇ ਲੰਮਾ ਪਿਆ? ਉੱਠ ਕੇ ਆ ਗਿਆ, ਸਤਿਨਾਮ ਵਾਹਿਗੁਰੂ ਕਹਿੰਦਾ ਪਾਤਸ਼ਾਹ ਮੈਂ ਤਾਂ ਸੁੱਤਾ ਹੀ ਰਹਿ ਗਿਆ, ਮੈਨੂੰ ਮਾਫ਼ ਕਰਨਾ, ਮੈਂ ਸਵਾਗਤ ਲਈ ਮੋਹਰੇ ਨਾ ਖੜ ਸਕਿਆ, ਤੁਹਾਡੇ ਗਲੇ 'ਚ ਹਾਰ ਨਾ ਪਾ ਸਕਿਆ। ਉੱਥੇ ਸ਼ਲੋਕ ਆਚਾਰਿਆ 4 ਬੋਲਿਆਂ 'ਚ ਜਮਾਲ ਪਤੰਗ ਸਾਮਣ ਮੂਸਣ, ਇਹਨਾਂ ਨੂੰ 4 ਬੋਲੇ ਗਿਆ ਬਾਣੀ 'ਚ। 4 ਬੋਲੇ ਸਾਮਣ ਜੋ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਠ। ਇਹ ਸਮਣ ਜੇ ਦਮੜਿਆਂ ਨਾਲ ਸਾਂਠ ਬਦਲ ਹੁੰਦੀ। ਰਾਵਣ ਹੋਤੇ ਸੋ ਰੰਗ ਨੇ, ਰਾਵਣ ਕੋ ਕੰਗਾਲ ਸੀ। ਜਿਨ ਸਿਰ ਦੀਨੀ ਘਾਟ ਆਪਣੇ ਇਸ਼ਟ ਸ਼ਿਵ ਜੀ ਨੂੰ ਪ੍ਰਸੰਨ ਕਰਨ ਲਈ ਪਿਛਲੇ ਜਨਮ 'ਚ ਸਿਰ ਵੱਢ ਕੇ ਦਿੱਤੇ। ਇਹ ਪ੍ਰੇਮ ਐਸਾ ਹੈ, ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਜਿਹੜੇ ਪ੍ਰੇਮੀ ਹੈ ਉਹਨਾਂ ਦੀ ਅਲੌਕਿਕ ਖੇਲ ਹੈ। ਜੇ ਪ੍ਰਭੂ ਨੂੰ ਭਾਵੇ ਸਵਾਸ ਵੀ ਉਹਨੇ ਪਾਏ, ਉਹ ਕੱਢ ਵੀ ਸਕਦਾ, ਪਾ ਵੀ ਸਕਦਾ। ਕੱਢਣ ਵਾਲਾ ਵੀ ਉਹੀ ਹੈ, ਪਾਉਣ ਵਾਲਾ ਵੀ ਉਹੀ, ਉਹਨੂੰ ਕੀ ਫਰਕ ਹੈ? ਸੋ ਇਸ ਵਾਸਤੇ ਹੁਣ ਬੰਦੇ ਨੇ ਟਿਊਬ ਬਣਾਈ ਹੈ, ਉਹਦੀ ਫੂਕ ਕੱਢ ਵੀ ਸਕਦਾ, ਭਰ ਕੇ ਗੱਡੀ ਤੋਰ ਵੀ ਸਕਦਾ। ਤੇ ਜੇ ਪਰਮੇਸ਼ਰ ਤਾਂ ਸਰਵਾਗਿਆ ਸਮਰਾਥਿਆ, ਜੋ ਮਰਜ਼ੀ ਕਰ ਸਕਦਾ। ਇਸ ਵਾਸਤੇ ਪਾਤਸ਼ਾਹ ਕਹਿੰਦੇ ਪ੍ਰਭ ਭਾਵੈ ਬਿਨ ਸਾਸ ਤੇ ਰੱਖੈ। ਜੇ ਪ੍ਰਭੂ ਨੂੰ ਭਾਜੈ ਬਿਨਾਂ ਸਵਾਸਾਂ ਤੇ ਵੀ ਰੱਖ ਲੈਂਦਾ। ਕਈ ਵਾਰੀ ਡਾਕਟਰ ਜਵਾਬ ਦੇ ਜਾਂਦੇ। ਉਹਨੇ ਪਿੱਛੇ ਸਾਖੀ ਸੁਣਾਈ, ਗਣਪਤ ਰਾਏ ਸੇਠ ਅਧਰੰਗ ਹੋ ਗਿਆ ਸੀ। ਬਾਬਾ ਕਰਮ ਸਿੰਘ ਸਾਹਿਬ ਕੋ ਮੰਜੇ ਤੇ ਚੋਕੇ ਲਿਆਏ, ਕਹਿੰਦੇ ਦਰਿਆ 'ਚ ਰੱਖ ਦਿਓ, ਪਾਣੀ ਲੰਘੀ ਜਾਓ ਉਤੋਂ। ਉੱਥੇ 5 ਪਠਾਨ ਖੜੇ, ਕਹਿੰਦੇ ਉਹ ਤੁਸੀਂ ਫਕੀਰ ਦੇ ਮਗਰ ਲੱਗੇ ਹੋਏ ਆ, ਇਹਦਾ ਬੇਪਰਵਾਹ ਹੁੰਦੇ ਆ, ਬੰਦਾ ਮਰੂ ਤਾਂ ਤੁਹਾਡਾ, ਤੁਸੀਂ ਕਹਿਣਾ ਕਾਹਲੇ ਮੰਨਦੇ ਸੰਤ ਦਾ? ਗੱਜ ਕੇ ਬੋਲੋ। ਪਠਾਨ ਕਹਿਣ ਲੱਗੇ ਤੁਸੀਂ ਕਹਿਣਾ ਕਾਹਲੇ ਮੰਨਦੇ? ਮਰ ਗਿਆ ਤੇ ਤੁਹਾਡਾ ਮਰ ਜਾਣਾ, ਪਿਓ ਮਰਨ ਕਿਨਾਰੇ ਪਿਆ, ਸ਼ਾਇਦ ਹੋ ਜਾਏ, ਤੁਸੀਂ ਉਹ ਕਹਿੰਦੇ ਦਰਿਆ 'ਚ ਰੱਖ ਦਿਓ। ਪਰ ਉਹ ਸ਼ਰਧਾਲੂਆਂ ਨੇ ਕਿਹਾ ਵੀ ਉਹ ਨਾ ਬਚਨ ਲਿਆ, ਰਾਤ ਤੱਕ ਪਾਣੀ ਲੰਘੀ ਗਿਆ, ਬਸ ਬੋਲ ਪਿਆ, ਉੱਠ ਕੇ ਤੁਰ ਪਿਆ। ਪ੍ਰਭੂ ਨੂੰ ਭਾਜੈ, ਜਿਹੜੇ ਪ੍ਰਭੂ ਦੇ ਭਾਣੇ ਵਿੱਚ ਹੈ ਉਹ ਪ੍ਰਭੂ ਦੀ ਰਜਾ ਭਾਣੇ ਨੂੰ ਸਮਝਣ ਵਾਲੇ ਹੁੰਦੇ ਆ। ਜੇ ਪ੍ਰਭੂ ਨੂੰ ਭਾਜੈ ਬਿਨਾਂ ਸਵਾਸਾਂ ਤੇ ਵੀ ਰੱਖਿਆ ਕਰ ਸਕਦਾ ਹੈ। ਭਾਈ ਤਾਰੂ ਸਿੰਘ ਦੀ ਕੋਪਰੀ ਲੈ ਗਈ, ਹੁਣੇ ਪ੍ਰਸੰਗ ਢਾਡੀ ਸਿੰਘਾਂ ਤੋਂ ਸੁਣਿਆ। ਕੋਪਰੀ ਲੈ ਜੇ ਤੂੰ ਬਚ ਸਕਦਾ ਹੈ? ਕੋਈ ਆਸ ਬਚਣ ਦੀ? ਪਰ 21 ਦਿਨ ਬੈਠਾ ਰਿਹਾ। ਗੱਜ ਕੇ ਬੋਲੋ। ਭੀਸ਼ ਪਿਤਾਮਾ ਬਾਣਾ ਦੀ ਸੇਜਾ ਤੇ ਕਹਿਣ ਲੱਗੇ ਮਹਾਰਾਜ ਤੁਸੀਂ ਐਡੇ ਬਾਲ ਬ੍ਰਹਮਚਾਰੀ ਗਿਆਨੀ ਧਿਆਨੀ ਪੁਰਸ਼ ਆ। ਪੰਡਤ ਕਹਿੰਦੇ ਹੁਣ ਸੂਰਜ ਦਖਰਾਇਣ ਵਿੱਚ, ਇੱਧਰ ਸਰੀਰ ਛੱਡੀਏ ਤੇ ਜੀਵ ਆਤਮਾ ਸਾਜ ਪਹੁੰਚਦੀ ਹੈ, ਤੁਸੀਂ ਉਤਰਾਇਣ 'ਚ। ਕਹਿੰਦੇ ਕਿੰਨੇ ਦਿਨ ਸੂਰਜ ਰਹਿਣਾ? ਕਹਿੰਦੇ 58 ਦਿਨ। ਕਹਿੰਦੇ ਅਸੀਂ ਉਹਨੇ ਦਿਨ ਸਰੀਰ ਨਹੀਂ ਛੱਡਦੇ। ਬਾਣਾ ਦੀ ਸੇਜਾ ਦੇ ਦੁਆਰਾ। ਸੋ ਇਸ ਵਾਸਤੇ ਜਿਨ੍ਹਾਂ ਨੂੰ ਪ੍ਰਭੂ ਤੇ ਭਰੋਸਾ ਹੈ, ਪ੍ਰਭੂ ਦੇ ਪਿਆਰੇ ਹੈ, ਉਹਨਾਂ ਨੂੰ ਬਰਕਤਾਂ ਦਿੰਦਾ। ਪ੍ਰਭ ਭਾਵੈ, ਜਿਹਨੂੰ ਭਾਜੈ ਬਿਨਾਂ ਸਵਾਸਾਂ ਤੇ ਵੀ ਰੱਖਿਆ ਕਰ ਸਕਦਾ ਹੈ। ਪ੍ਰਭ ਭਾਵੈ ਤਾਂ ਹਰ ਗੁਣ ਭਖ। ਹਾਂ, ਪ੍ਰਭੂ ਨੂੰ ਜੇ ਭਾਜੈ, ਹਰੀ ਦੇ ਗੁਣ ਭਾਖੇ ਉਚਾਰਨ ਤਾਂ ਹੁੰਦੇ ਆ, ਨਹੀਂ ਰੱਬ ਦਾ ਨਾਮ ਮੂੰਹੋਂ ਨਿਕਲਦਾ ਹੀ ਨਹੀਂ। ਇੱਕ ਸਾਧ ਸੇਠ ਸੀ ਬਣੀਆਂ, ਉਹ ਬਿਮਾਰ ਹੋ ਗਿਆ। ਸਾਰੀ ਜ਼ਿੰਦਗੀ ਨਾ ਸੰਤਾਂ ਦੀ ਸੰਗਤ ਕੀਤੀ, ਨਾ ਕੋਈ ਤੀਰਥ ਯਾਤਰਾ, ਨਾ ਕੋਈ ਪੁੰਨ ਦਾਨ, ਬੜਾ ਸੂਨ ਸੀ। ਜਦੋਂ ਮਰਨ ਦਾ ਸਮਾਂ ਆਇਆ, ਨਾ ਕਦੀ ਰੱਬ ਦਾ ਨਾਂ ਲਵੇ, ਉਹ ਰੱਬ ਦਾ ਨਾਂ ਨਾ ਲਵੇ। ਉਹਦੇ ਜਵਾਈ ਦਾ ਨਾਂ ਸੀ ਰਾਮ ਲਵਾਇਆ। ਉਹਨੇ ਕਿਹਾ ਉਮੇ ਤਾਂ ਰਾਮ ਦਾ ਨਾਂ ਲੈਂਦਾ ਨਹੀਂ, ਜਵਾਈ ਨੂੰ ਮੂਹਰੇ ਖੜਾ ਕਰ ਦਿੰਦੇ, ਇਹਨੂੰ ਪੁੱਛਾਂਗੇ ਇਹਦਾ ਕੀ ਨਾਂ ਹੈ, ਉਹ ਬਹਾਨੇ ਨਾਲ ਰਾਮ ਅੱਖਰ ਬੋਲ ਜਾਊਗਾ। ਉਹਨੇ ਜੀ ਜਵਾਈ ਨੂੰ ਲਿਆ ਕੇ ਤੇ ਉਹ ਬਾਣੀਏ ਦੇ ਮੂਹਰੇ ਖੜਾ ਕਰਤਾ। ਕਹਿੰਦੇ ਬਾਪੂ ਜੀ ਇਹ ਕੌਣ ਆ? ਕਹਿੰਦੇ ਮੈਨੂੰ ਪਤਾ ਨਹੀਂ, ਮੇਰੀ ਕੁੜੀ ਦਾ ਖਸਮ ਆ। ਉਹ ਰਾਮ ਅੱਖਰ ਫੇਰ ਮੂੰਹ ਨਿਕਲਿਆ। ਆਖਣ ਔਖਾ ਸਾਚਾ ਨਾਮ, ਇਹ ਬਹੁਤ ਔਖਾ। ਇਸ ਵਾਸਤੇ ਜੇ ਪ੍ਰਭੂ ਨੂੰ ਭਾਵੇ ਰੱਬ ਦਾ ਨਾਮ ਵੀ ਮੂੰਹੋਂ ਤਾਂ ਨਿਕਲਦਾ।
ਜੇ ਉਹਦੀ ਕਿਰਪਾ ਨਾ ਹੋਵੇ, ਹਾਂਜੀ, ਬੰਦਾ ਹਾਏ ਮਾਂ ਮਰ ਗਿਆ, ਹਾਏ ਹਾਏ ਤਾਂ ਕਰੀ ਜਾਊਗਾ। ਰਾਮ ਰਾਮ ਸਤਨਾਮ ਕਰਨੀ ਬੜੀ ਔਖੀ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਜੇ ਪ੍ਰਭੂ ਨੂੰ ਭਾਵੇ, ਹਰੀ ਦੇ ਜਿਹੜੇ ਗੁਣ ਹਨ, ਹਰੀ ਦੀ ਉਸਤਤ ਹੈ, ਉਹ ਭਾਖਿਆ ਚਾਰਨ ਹੁੰਦੀ ਆ। ਹੁਣ ਆ ਦੁਨੀਆ ਮੁੰਡ ਪਾਰਟੀ 'ਚ ਬਹਿ ਜਾਂਦੀ ਹੈ, ਸਾਰਾ ਦਿਨ ਪੁੜਪੜੀ ਪਾਠ ਕਰਦੀ, ਕਦੀ ਖੁਸ਼ਕੀ ਨਹੀਂ ਹੁੰਦੀ। ਤੇ ਜੇ ਕਹਿ ਦਿਓ ਆ ਇੱਥੇ ਬਹਿ ਕੇ 5 ਮਿੰਟ ਜਪਜੀ ਸਾਹਿਬ ਪੜ੍ਹ ਲਓ, ਉਦੋਂ ਦੌੜ ਜਾਣਗੇ। ਜਾਂ ਬਹਿ ਕੇ ਨਾਮ ਅਭਿਆਸ ਕਰ ਲਓ, ਕਹਿਣਗੇ ਖੁਸ਼ਕੀ ਬੜੀ ਹੁੰਦੀ। ਗੱਲਾਂ ਨਾਲ ਖੁਸ਼ਕੀ ਨਹੀਂ ਹੁੰਦੀ, ਗੱਪਾਂ ਨਾਲ ਖੁਸ਼ਕੀ ਨਹੀਂ ਹੁੰਦੀ, ਭਜਨ ਕਰਨ ਨਾਲ ਖੁਸ਼ਕੀ ਹੁੰਦੀ ਹੈ। ਕਿਉਂਕਿ ਇੱਧਰ ਰੁਚੀ ਨਹੀਂ ਹੈ, ਇੱਧਰ ਪਿਆਰ ਨਹੀਂ, ਇੱਧਰ ਰਸ ਨਹੀਂ। ਦੁਨੀਆ ਕੋ ਰਸ ਵਿੱਚ ਰਸ ਲੈਣਾ ਚਾਹੁੰਦੀ ਹੈ, ਨਾਮ ਦੇ ਵਿੱਚ ਪ੍ਰਭੂ ਦੇ ਗੁਣਾਂ ਵਿੱਚ ਬੜਾ ਰਸ ਹੈ, ਪਰ ਇਸ ਪਾਸੇ ਦੁਨੀਆ ਦਾ ਧਿਆਨ ਨਹੀਂ। ਹਜ਼ੂਰ ਪਾਤਸ਼ਾਹ ਕਹਿੰਦੇ ਜੇ ਪ੍ਰਭੂ ਨੂੰ ਭਾਵੈ, ਹਰੀ ਦੇ ਗੁਣ ਵੀ ਭਖ ਹੈ, ਤਾਂ ਹੀ ਆਚਾਰਨ ਹੁੰਦੇ ਹਨ। ਪ੍ਰਭ ਭਾਵੈ ਤਾ ਪਤਿਤ ਉਧਾਰੈ। ਜੇ ਪ੍ਰਭੂ ਨੂੰ ਭਾਜੈ, ਜਿਹੜੇ ਪਤਤ ਆਪਣੇ ਕਰਮ ਤੋਂ ਗਿਰੇ ਹੋਏ ਆ, ਗਿਰਾਵਟ ਵਿੱਚ ਆ ਗਏ, ਪਾਪੀ ਲੋਕ ਆ, ਉਹਨਾਂ ਦਾ ਵੀ ਉਧਾਰ ਕਰ ਦਿੰਦੇ, ਉਹਨਾਂ ਦੀ ਮੌਜ ਹੈ। ਸ਼੍ਰੀ ਲక్ష్మణ ਜੀ ਨੇ ਰਾਮਚੰਦਰ ਜੀ ਨੂੰ ਕਿਹਾ ਕਿ ਮਹਾਰਾਜ ਬੜੇ ਬੜੇ ਪਾਪੀ ਤੁਹਾਡੇ ਕੋਲ ਆ ਜਾਂਦੇ, ਤੁਸੀਂ ਕਹਿੰਦੇ ਜਾਓ ਬਖਸ਼ਿਆ। ਕਹਿੰਦੇ ਮੇਰਾ ਬਿਰਦੇ ਐਸਾ, ਜਦੋਂ ਆ ਕੇ ਮੈਨੂੰ ਕੋਈ ਪਾਪੀ ਕਹਿ ਦਿੰਦਾ ਨਾ ਸੰਗਤ ਦੇ ਵਿੱਚ, ਫਿਰ ਮੈਂ ਬਖਸ਼ਣ ਤੋਂ ਰਹਿ ਨਹੀਂ ਸਕਦਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਥੋੜੇ ਪਾਪੀ ਆਏ, ਉਂਝ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ, ਗਾਵ ਤੇ ਉਧਰੇ ਸੁਣ ਤੇ ਉਧਰੇ, ਬਿਨ ਸੇ ਪਾਪ ਕਨੇਰੇ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਣ ਆਏ, ਸਦਾ ਸਦਾ ਬਲਿਹਾਰੇ। ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਤੇ ਭਾਈ ਸੰਤੋਖ ਨੇ ਲਿਖਿਆ ਨਾ, ਤਾਰੇ ਗਿਣੇ ਜਾਤ ਹਨ, ਤਾਰੇ ਗਿਣਾ ਤੇ ਕੋਈ ਤਾਰੇ ਸ਼ਾਇਦ ਗਿਣ ਲੈ ਵਿਗਿਆਨੀ, ਗਿਣੇ ਤੇ ਨਹੀਂ ਜਾਂਦੇ, ਪਰ ਜੋ ਗੁਰੂ ਨਾਨਕ ਪਾਤਸ਼ਾਹ ਨੇ ਤਾਰੇ ਉਹ ਨਹੀਂ ਗਿਣ ਸਕਦੇ, ਅੱਜ ਵੀ ਤਾਰੀ ਜਾਂਦੇ। ਗੁਰੂ ਗ੍ਰੰਥ ਸਾਹਿਬ ਬਾਣੀ ਜਿਹੜਾ ਸ਼ਰਧਾ ਭਗਤੀ ਨਾਲ ਪੜ੍ਹਦਾ, ਨਾਮ ਅਭਿਆਸ ਕਰਦਾ, ਅੱਜ ਵੀ ਮਹਾਰਾਜ ਦੀ ਬਰਕਤ ਉਹਨਾਂ ਨੂੰ ਐਨ ਸਾਖਿਆਤ ਪ੍ਰਤੱਖ ਮਿਲਦੀ ਹੈ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਜੇ ਪ੍ਰਭੂ ਨੂੰ ਭਾਜੈ, ਉਹ ਜਿਹੜੇ ਪਤਤ ਕਰਮ ਕਰਨ ਵਾਲੇ ਨੀਚ ਲੋਕ ਆ, ਅਜਾ ਮਲ ਕੋ ਅੰਤ ਕਾਲ ਮੈਂ ਨਾਰਾਇਣ ਸੋ ਧਿਆਈ, ਜਾਂ ਗਤ ਕੋ ਜੋਗੀ ਸਰ ਵਾਛੈ, ਸੋ ਗਤ ਛਿਨ ਨੂੰ ਹੋਈ। ਅਜਾ ਮਲ ਦਾ ਜਿਹੜਾ ਪਿਓ ਸੀ ਉਹ ਰਾਜ ਪੰਡਤ ਸੀ, ਕਥਾ ਕਰਦਾ ਸੀ, ਇਹਨੂੰ ਬਹੁਤ ਪੜ੍ਹਾਇਆ। ਅਜਾ ਮਲ ਨੂੰ ਬਹੁਤ ਵਿਦਵਾਨ ਸੀ। ਪਿਤਾ ਨੇ ਇਹਨੂੰ ਸਮਝਾਇਆ ਸੀ ਵੀ ਇਸ ਮਹੱਲੇ ਵਿੱਚ ਹੀ ਬਾਜ਼ਾਰ 'ਚ ਹੀ ਨਹੀਂ ਲੱਗਣਾ। ਜਿੰਨਾ ਚਿਰ ਪਿਓ ਜਿੰਦਾ ਰਿਹਾ ਨਹੀਂ ਗਿਆ। ਉਹਦੀ ਮੌਤ ਤੋਂ ਬਾਅਦ ਇਹਨੂੰ ਰਾਜ ਪੰਡਤ ਰਾਜਗੁਰੂ ਬਣਾਤਾ। ਕਹਿੰਦਾ ਪਿਤਾ ਸ਼੍ਰੀ ਰੋਕਦੇ ਹੁੰਦੇ ਸੀ ਵੀ ਇੱਧਰ ਕੀ ਹੈ, ਇੱਧਰੋਂ ਘਰ ਆਪਣਾ ਨੇੜੇ ਪੈਂਦਾ, ਐਵੇਂ ਘੁੰਮ ਕੇ ਜਾਈਦਾ। ਉਹ ਰੋਕਦੇ ਸੀ। ਉਸ ਬਾਜ਼ਾਰ ਵਿੱਚ ਬੇਸਵਾ ਦਾ ਬਾੜਾ ਕੱਟੜਾ ਸੀ। ਇੱਕ ਸੰਗਤ ਦਾ ਪਤਾ ਨਹੀਂ ਕਦੋਂ ਪ੍ਰਭਾਵ ਪੈ ਜਾਏ, ਇਹ ਜੀ ਉੱਧਰ ਲੰਘਣ ਲੱਗ ਪਿਆ। ਤੇ ਜਿਹੜਾ ਰੋਜ਼ ਦਾ ਦ੍ਰਿਸ਼ਟੀ ਹੈ, ਰੋਜ਼ ਦੀ ਸਰੋਤ ਹੈ, ਰੋਜ਼ ਦੇ ਬਚਨ ਵਿਲਾਸ ਹੈ, ਕਿਸੇ ਵੇਲੇ ਵੀ, ਕਿਉਂਕਿ ਕਿਸੇ ਵੇਲੇ ਮਨ ਬੜਾ ਬਲਵਾਨ ਹੁੰਦਾ, ਕਿਸੇ ਵੇਲੇ ਇੰਨਾ ਕਮਜ਼ੋਰ ਹੁੰਦਾ, ਕਿਸੇ ਵੇਲੇ ਲੱਖ ਤੇ ਨਹੀਂ ਗਿਰਦਾ, ਕਿਸੇ ਵੇਲੇ ਕੱਖ ਤੇ ਵੀ ਗਿਰ ਜਾਂਦਾ। ਗੱਜ ਕੇ ਬੋਲੋ। ਬਸ ਉਹ ਮਨ 'ਚ ਕੋਈ ਗਲਤ ਭਾਵ ਹੋ ਗਿਆ, ਫਿਰ ਚੋਰੀ 'ਚ ਕੋਈ ਜਾਣ ਲੱਗ ਪਿਆ। ਰਾਜੇ ਕੋਲ ਰਿਪੋਰਟ ਹੋਈ, ਰਾਜਾ ਮੰਨਿਆ ਨਹੀਂ ਤੇ ਰਾਜਗੁਰੂ ਬੜਾ ਵਿਦਵਾਨ ਹੈ, ਉਹ ਕਹਿੰਦਾ ਆਪ ਦੇ। ਰਾਜੇ ਨੇ ਪੇਸ਼ਵਾ ਦੇ ਆਪ CID ਲਈ ਤੋਂ ਗੱਲ ਸਹੀ ਨਿਕਲੀ, ਬੇਸਵਾਤੀ ਨੂੰ ਦੇਸ਼ ਨਿਕਾਲਾ ਦੇ ਦਿੱਤਾ। ਹੁਣ ਇਹ ਬਾਹਰ ਜੰਗਲ 'ਚ ਰਹਿੰਦਾ, ਜਿਹੜੇ ਢੰਗ ਨਾਲ ਵੀ ਹੁੰਦਾ ਗੁਜ਼ਾਰਾ ਕਰਦਾ। ਜਿਹਦੇ ਗਾਹਾਂ 6 ਪੁੱਤ ਜੰਮੇ ਬੇਸਵਾ ਦੇ ਪੇਟੋਂ। ਮੀਂਹ ਹਨੇਰੀ ਝੱਖੜ ਗੜੇ, ਕੋਈ ਮਹਾਤਮਾ ਆ ਗਿਆ, ਉੱਥੇ ਇਹਨਾਂ ਦੀ ਕੁੱਲੀ ਸੀ, ਚਲੇ ਗਿਆ। ਜਿਹੜੇ ਦੇਖਿਆ ਵੀ ਤਾਂ ਕੋਈ ਹੋਰ ਨੇਚਰ ਦੇ ਬੰਦੇ, ਪਰ ਉਹ ਫੇਰ ਵੀ ਸੰਸਕਾਰ ਸੀ। ਜਿਹੜਾ ਬੰਦਾ ਪਹਿਲਾਂ ਇਸ ਪਾਸੇ ਰਿਹਾ ਹੋਵੇ ਚੰਗੇ ਪਾਸੇ, ਉਹ ਨਹੀਂ ਕਿਹਾ ਸਾਡੇ ਮਹਾਤਮਾ ਆਏ। ਕਹਿੰਦੇ ਮਹਾਰਾਜ ਸਾਡੇ ਕਰਮ ਤਾਂ ਹੋਣੀ ਚਾਹੀਏ, ਕੋਈ ਸੇਵਾ। ਕਹਿੰਦੇ ਹੋਰ ਤਾਂ ਇੱਛਾ ਨਹੀਂ, ਆ ਟਾਈਮ ਪਾਸ ਕਰਨਾ ਸੀ, ਪਰ ਅਸੀਂ
ਤੁਹਾਡੇ ਝੌਂਪੜੇ 'ਚ ਇੰਨਾ ਸਮਾਂ ਸੁੱਖ ਦਾ ਕੱਟਿਆ ਤੇ ਸਾਡਾ ਫਰਜ਼ ਆ ਤੁਹਾਡਾ ਕੋਈ ਭਲਾ ਕਰੀਏ। ਉਹਨਾਂ ਆਪਣੇ ਸਾਰੇ ਕਰਮ ਦੱਸੇ ਵੀ ਸੰਗ 'ਚ ਪਾਪ ਮੰਨ ਲਿਓ ਬਖਸ਼ਿਆ ਜਾਂਦਾ। ਮਹਾਂਪੁਰਖ ਕਹਿੰਦੇ ਹੁਣੀ ਵੀ ਆਤਮਾ ਬੜੀ ਦੁਰਾਚਾਰ ਨਾਲ ਮਲੀਨ ਹੋ ਗਈ ਹੈ, ਇੱਕਦਮ ਜਿੱਤੇ ਅਸਰ ਹੋਣਾ ਨਹੀਂ, ਮਿਸ ਬਹਾਨੇ ਨਾਲ। ਕਹਿਣ ਲੱਗੇ ਹੁਣ ਤੁਹਾਡੇ ਗਾਹਾਂ ਇੱਕ ਪੁੱਤਰ ਹੋਏਗਾ ਸਤਿਮਾ, ਉਹਦਾ ਨਾਮ ਨਾਰਾਇਣ ਰੱਖਣਾ। ਛੋਟੇ ਪੁੱਤ ਨਾਲ ਕੁਦਰਤੀ ਜ਼ਿਆਦਾ ਪਿਆਰ ਹੁੰਦਾ, ਜਦੋਂ ਬਾਅਦ ਕੋਈ ਨਰੈਣ ਨਰੈਣ ਮੂੰਹ 'ਚ ਰੱਬ ਦਾ ਨਾਂ ਆਊਗਾ, ਹੌਲੀ ਹੌਲੀ ਰਸਨਾ ਵੀ ਹਿਰਦਾ ਵੀ ਸ਼ੁੱਧ ਹੋਊ, ਸੰਸਕਾਰ ਜਾਗਣਗੇ ਤੇ ਕਿਰਪਾ ਹੋ ਜਾਏਗੀ। ਐਸਾ ਹੀ ਹੋਇਆ। ਤੇ ਜਦੋਂ ਅੰਤ ਸਮਾਂ ਆਇਆ ਤੇ ਨੌਵੇਂ ਪਾਤਸ਼ਾਹ ਕਹਿੰਦੇ ਅੰਤ ਕਾਲ ਅਜਾ ਮਾਲਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ, ਜਾਂ ਗਤ ਕੋ ਜੋਗੀ ਸਰਬਛੈ ਸੋ ਗਤ ਚਿਨੁ ਪਾਈ। ਇਹ ਗੁਰੂ ਗ੍ਰੰਥ ਸਾਹਿਬ ਦੇ ਦ੍ਰਿਸ਼ਟਾਂਤ ਹੈ। ਇਹ ਮਹਾਰਾਜ ਦ੍ਰਿਸ਼ਟਾਂਤ ਲਿਖਿਆ ਉਸ ਪਾਪੀ ਦਾ ਮਹਾਂਪੁਰਸ਼ਾਂ ਦੀ ਸੰਗਤ ਦੇ ਪ੍ਰਭਾਵ ਨਾਲ। ਇਸ ਕਰਕੇ ਪਾਤਸ਼ਾਹ ਕਹਿੰਦੇ ਆ ਜੇ ਉਹਦੀ ਕਿਰਪਾ ਹੋ ਜਾਏ ਤੇ ਜਿਹੜੇ ਪਾਪੀ ਉਹਨਾਂ ਦਾ ਵੀ ਆਧਾਰ ਹੋ ਜਾਂਦਾ ਹੈ। ਆਪ ਕਰੈ ਆਪਨ ਵਿਚਾਰ, ਉਹ ਆਪ ਵਾਹਿਗੁਰੂ ਸ੍ਰੇਸ਼ਟੀ ਨੂੰ ਕਰੇ ਪੈਦਾ ਕਰਦਾ, ਇਹਦੀ ਪਾਲਣਾ ਦਾ ਪੋਸ਼ਣਾ ਦਾ ਸਾਰਾ ਹੀ ਪ੍ਰਬੰਧ। ਤੇ ਜਿਸ ਤਰ੍ਹਾਂ ਕਾਲ ਆਉਣਾ ਪ੍ਰਾਰਬਧ ਮੁਕਣ ਤੋਂ ਬਾਅਦ ਇਹ ਸਾਰੀਆਂ ਗੱਲਾਂ ਦੀ ਵਿਚਾਰ ਆਪ ਕਰਦਾ। ਬੀਓ ਪੂਛਣ ਮਸਲਤ ਧਰੈ, ਜੋ ਕਿਛ ਕਰੈ ਸੋ ਆਪ ਹੈ। ਆਪ ਹੈ ਕਿ ਨਹੀਂ ਪਾਠ? ਆਪ ਹੈ ਕਰੈ। ਸੋ ਇਸ ਵਾਸਤੇ ਉਹ ਜੋ ਕੁਝ ਵੀ ਕਰਦਾ ਆਪ ਕਰਦਾ। ਕਿਸੇ ਦੀ ਸਲਾਹ ਥੋੜ੍ਹੀ ਜਾਂਦਾ ਕਿ ਉਹਨੂੰ ਮੰਤਰੀ ਮੰਡਲ ਰੱਖਣ ਦੀ ਲੋੜ ਹੈ। ਮੰਤਰੀ ਦਾ ਕਈ ਵਾਰੀ ਪੁੱਠੀ ਸਲਾਹ ਵੀ ਦੇ ਦਿੰਦੇ ਆ। ਕਈ ਵਾਰੀ ਰਾਜੇ ਚੰਗੇ ਹੁੰਦੇ ਆ, ਉਹ ਮੰਤਰੀ ਇਹੋ ਜਿਹਾ ਆ ਜਾਂਦਾ ਉਹ ਰਾਜੇ ਤੋਂ ਪੁੱਠੇ ਕੰਮ ਨਹੀਂ ਕਰਾਈ ਜਾਂਦਾ, ਕਿਉਂਕਿ ਇਹਨਾਂ ਦੇ ਕੰਨ ਪੈਰੀ ਹੁੰਦੇ ਆ। ਪਰ ਰੱਬ ਜਿਹੜਾ ਉਹ ਜੋ ਕੁਝ ਕਰਦਾ ਕਰਨ ਕਰਾਵਨ ਆਪੇ ਆਪ, ਮਾਨਸ ਕਹਿ ਕਿਛ ਨਾਹੀ ਹਾਥ। ਉਹ ਸਮਰੱਥ ਹੈ, ਸਰਬੱਗ ਹੈ, ਸਰਬ ਸ਼ਕਤੀਮਾਨ ਹੈ। ਜੋ ਕੁਝ ਵੀ ਕਰਦਾ ਆਪਣੀ ਇੱਛਾ ਦੁਆਰਾ ਕਰਨ ਕਰਾਵਨ ਕਰਨਾ ਜੋ ਤਿਸ ਭਾਵੈ ਸੋਈ ਹੋ। ਇਸੇ ਜਿਹੀ ਪਾਠ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪ ਕਰੇ, ਆਪੇ ਪੈਦਾ ਕਰਦਾ, ਆਪੇ ਪਾਲਣਾ ਕਰਦਾ, ਆਪੇ ਇਹਨਾਂ ਦੀ ਲੈਤਾ ਕਰਨ ਦੀ ਵਿਚਾਰ, ਪਰਲੋ ਕਰਨ ਦੀ ਵਿਚਾਰ ਵੀ ਆਪੇ ਕਰਦਾ ਹੈ। ਦੋਹਾ ਸਿਰਿਆ ਕਾ ਆਪ ਸੁਆਮੀ, ਲੋਕ ਪਰਲੋਕ ਦੋ ਸਿਰੇ ਹੈ। ਇਸ ਲੋਕ 'ਚ ਭੇਜਣਾ, ਪਰਲੋਕ 'ਚ ਭੇਜਣਾ। ਇਹਨਾਂ ਦੋਹਾਂ ਸਚਾਈ ਦਾ, ਬੁਰਾਈ ਦਾ, ਸੱਚ ਝੂਠ ਦਾ, ਗਿਆਨ ਅਗਿਆਨ ਦਾ, ਔਰ ਸਾਰੇ ਪਾਸੇ ਇਹ ਦੋਨੋਂ ਸਿਰੇ ਉਹਨਾਂ ਆਪੇ ਬਣਾਏ ਹੈ। ਇਹਨਾਂ ਸਾਰੀਆਂ ਚੀਜ਼ਾਂ ਦਾ, ਹਨੇਰੇ ਪ੍ਰਕਾਸ਼ ਦਾ ਉਹ ਮਾਲਕ ਤੇ ਆਪ ਹੀ ਹੈ। ਇਸ ਵਾਸਤੇ ਇਸ ਲੋਕ 'ਚ ਸ੍ਰਿਸ਼ਟੀ ਨੂੰ ਭੇਜਣਾ ਤੇ ਜਿਨ੍ਹਾਂ ਨੂੰ ਨਾਮ ਬਾਣੀ ਆਤਮਾ ਗਿਆਨ ਦਿੰਦਾ ਉਹ ਪਰਲੋਕ ਚਲ ਜਾਂਦੇ, ਤੇ ਜਿਹੜਾ ਨਾਮ ਬਾਣੀ ਨਾਲ ਟੁੱਟ ਜਾਂਦੇ ਹੈ ਉਹ ਫਿਰ ਸਾਧ ਸੰਗਤ ਜੀ ਕੇਤੜਿਆਂ ਕੇ ਬਾਪ ਕੇਤੜਿਆਂ ਕੇ ਬੇਟੇ, ਬਹੁਤ ਸਜਾਏ ਪਿਆ ਦੇਸ ਲੰਮੈ, ਐਸੀ ਕਿਰਿਆ ਬਣ ਜਾਂਦੀ ਹੈ। ਦੋਹਾਂ ਸਿਰਿਆਂ ਦਾ ਲੋਕ ਪਰਲੋਕ ਦਾ ਮਾਲਕ ਸੁਆਮੀ ਆਪ ਹੀ ਪਰਮੇਸ਼ਰ ਹੈ। ਉਹ ਅੰਤਰਜਾਮੀ ਜਿਹੜਾ ਸਾਰਿਆਂ ਦੇ ਅੰਤਰ ਦੀ ਗੱਲ ਬੁੱਝਣ ਵਾਲਾ, ਅੰਤਰ ਦਾ ਨਿਯੰਤਾ ਪ੍ਰੇਰਕ ਆ ਵਾਹਿਗੁਰੂ ਪਰਮੇਸ਼ਰ। ਉਹ ਖੇਲਾਂ ਨੂੰ ਖੇਲ ਕੇ ਬਿਗਸੇ ਪ੍ਰਸੰਨ ਹੁੰਦਾ। ਇਹ ਹਰਨ ਪਰਨ ਜਾ ਕਾ ਨੇਤਰ ਖੋਰਿਆ। ਕਈ ਵਾਰੀ ਬੈਠਾ ਵੇਖਿਆ ਬਾਖਾ ਖੇਲਾ ਪਰਲੋ ਕਰਕੇ ਇਕੱਲਾ ਹੀ ਹੁੰਦਾ। ਸੁਣਨੇ ਕਲਾ ਰਹਾਏਗਾ 36 ਜੋ ਗਵਾਰੇ ਵਰਤੇ, ਤਾੜੀ ਲਾਈ ਸਿਰਜਣਹਾਰੇ, ਲੀਲਾ ਕਰਦਾ। ਉਹਨੂੰ ਕੀ ਹੈ, ਜਿਹੜੇ ਪਾਣੀ ਦੀ ਪਰਲੋ ਕਰਦਾ, ਮਾੜਾ ਜਿਹਾ ਲੂਣਾ ਦਿੰਦਾ ਧਰਤੀ ਨੂੰ, ਧਰਤੀ ਪਾਣੀ ਡੁੱਬ ਜਾਂਦੀ ਤੇ ਪਾਣੀ ਵਿੱਚੋਂ ਜਲ ਮੈਂ ਅਗਨ ਉੱਠੀ ਅਧਿਕਾਏ, ਐਸੀ ਬੜਬਾਗ ਨਹੀਂ ਪੈਦਾ ਹੁੰਦੀ। ਭਾਵ ਬਣ ਜਾਂਦੀ ਸਮੁੰਦਰ ਤੇ ਧਰਤੀ ਆਕਾਸ਼ ਇੱਕੋ ਹੀ ਹੋ ਜਾਂਦੇ। ਗਵਾਰ ਵਰਤਦਾ 36 ਜੋ ਗਵਾਰ ਪਿਆ ਰਹਿੰਦਾ। ਜਦੋਂ ਜੀਵਾਂ ਦੇ ਕਰਮ ਇੰਨੇ ਹੀਣੇ ਹੋ ਜਾਂਦੇ ਆ, ਪੁਨਰ ਸਰਜੀਤੀ ਵਾਲੇ ਨਹੀਂ ਰਹਿੰਦੇ, ਫਿਰ ਪਰਲੋ ਕਰ ਦਿੰਦਾ। ਫਿਰ ਕਈ ਜੋ
ਉਹ ਜਿਹੜੇ ਜੀਵ ਆ ਉਹ ਮਾਇਆ ਵਿੱਚ ਲੀਨ ਰਹਿੰਦੇ ਆ। ਜਿਵੇਂ ਦਿਨਾਂ ਨੂੰ ਵੀ ਤਾਰੇ ਹੁੰਦੇ ਆ, ਸੂਰਜ ਦੀ ਲਾਈਟ ਕਰਕੇ ਨਜ਼ਰ ਨਹੀਂ ਆਉਂਦੇ। ਜੀਵ ਭੂਤ ਸਨਾਤਨ ਉਹਦੀ ਮਾਇਆ ਵਿੱਚ ਲੀਨ ਰਹਿੰਦੇ ਆ। ਫਿਰ ਬਸ ਉੱਥੇ ਪੂਰ ਪਵੈ ਕਹਾਹਾ, ਦਿਨ ਰਾਤ ਬਖਸ਼ੋ ਬਖਸ਼ੋ ਆਵਾਜ਼ਾਂ ਹੁੰਦੀਆਂ। ਫਿਰ ਉਹ ਆਪਣੇ ਪਾਪਾਂ ਗੁਨਾਹਾਂ ਦੀ ਬਖਸ਼ਾਉਣ ਵਾਸਤੇ ਅਰਦਾਸਾਂ ਕਰਦੇ ਆ ਮਨੋਮਯ ਜੀਵ। ਜਦੋਂ ਫਿਰ ਉਹਨਾਂ ਦੇ ਹੌਲੀ ਹੌਲੀ ਪਾਪ ਕੱਟੇ ਜਾਂਦੇ ਆ, ਫਿਰ ਸਾਧ ਸੰਗਤ ਜੀ ਕਿ ਉਹ ਸੰਕਲਪ ਇਹ ਕਰ ਲੈਂਦਾ, ਏਕੋ ਹਮ ਸਿਆਮ ਬਹੁ ਪਰਜਾ ਜੇ ਕੀਤਾ ਪਸਾਓ, ਏਕੋ ਕਵਾਓ ਤਿਸਤੇ ਹੋਏ ਲੱਖ ਤਰੀਆਓ। ਕਿ ਸਾਚੇ ਤੇ ਪਵਨਾ ਭਇਆ, ਪਵਨਾਂ ਦਾ ਜਲ ਹੋਏ, ਜਲ ਤੇ ਤਿਰਪੁਨ ਸਾਜਾ, ਘਟ ਘਟ ਜੋਤ ਸਮੋਏ। ਫਿਰ ਸਿਰਠੀ ਦਾ ਜਲੰਦਾ ਜਾ ਕਰਤਾ ਸਿਰਠੀ ਕੋ ਸਾਜਿਆ, ਆਪੇ ਜਾਣੇ ਸੋਈ। ਕੋਈ ਕਹਿੰਦਾ ਪਰਮਾਣੂਆਂ ਤੋਂ, ਕੋਈ ਤੱਤਾਂ ਤੋਂ, ਕੋਈ ਕਹਿੰਦਾ ਅੰਨ ਤੋਂ ਆਨਿਆ, ਪਾਣੀ ਤੋਂ ਘਾਹ ਤੋਂ ਘਾਇਆ, ਬੰਦੇ ਤੋਂ ਬੰਦਾ, ਜਿਹੜੇ ਚਾਰ ਬਾਕੀਏ ਨਾ ਸਕਿਆ। ਉਹ ਇਹ ਗੱਲ ਕਹਿੰਦੇ ਸਾਰਿਆਂ ਨੇ ਆਪੋ ਆਪਣੀ ਬੁੱਧੀ ਦੇ ਘੋੜੇ ਦੜਾਏ। ਸਾਇੰਸਦਾਨ ਕਹਿੰਦੇ ਪਹਿਲਾਂ ਬਾਂਦਰ ਸੀ, ਬਾਂਦਰ ਤੋਂ ਡਿਵੈਲਪ ਹੋ ਕੇ ਬੰਦਾ ਬਣ ਗਿਆ। ਤੇ ਫਿਰ ਪੂਛ ਸਾਇੰਸਦਾਨਾਂ ਦੇ ਘਰ ਚਲ ਗਈ। ਉਹ ਗੱਜ ਕੇ ਬੋਲੋ, ਪੂਛ ਦੀ ਲੋੜ ਸਾਇੰਸਦਾਨਾਂ ਨੂੰ ਕਿਉਂ ਨਹੀਂ ਰੱਖਦੇ? ਇਹ ਹੈਗੇ ਕਿਆ ਭੇ। ਪਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਿਆ ਸ੍ਰਿਸ਼ਟੀ ਬਾਰੇ, ਉਹ ਕਹਿੰਦੇ ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੇ ਸੋਈ। ਜਬੁਤ ਕਰ ਕਰਾ ਕਰਤਾਰਾ, ਪ੍ਰਜਾ ਤਰਤਬ ਦੇਹ ਅਪਾਰਾ, ਜਬਾ ਕਰ ਕਰ ਤੂੰ ਕਬੂੰ, ਤੁਮ ਮੈਂ ਮਿਲਤ ਦੇ ਤਰ ਸਬੂੰ। ਆਪ ਆਪਣੀ ਬੁੱਧ ਹੈ ਚੇਤੀ, ਵਰਣਤ ਭਿੰਨ ਭਿੰਨ ਦੋਹੇ ਤੇਤੀ। ਤੁਮਰਾ ਲਖਾ ਨਾ ਜਾਹੇ ਪਸਾਰਾ, ਕਿਹ ਬਿਦ ਸਜਾ ਰਤਨ ਸੰਸਾਰ। ਉਹਦੇ ਲਈ ਕੋਈ ਰੱਬ ਦਾ ਸ਼ਰੀਕ ਥੋੜਾ ਜੀ ਜਿਹੜਾ ਕੋਲ ਬੈਠਾ ਸੀ। ਫਿਰ ਰੱਬ ਜਿਵੇਂ ਬਣਾਉਂਦਾ ਸੀ ਤੇ ਦੇਖਦਾ ਸੀ, ਕੋਈ ਬੋਲੇ ਹੋ ਕੇ ਦੇਖਦਾ ਹੋਵੇ। ਇਹ ਤਾਂ ਆਪਣੀ ਇੱਛਾ 'ਚ ਆਪ ਹੀ ਕਰ ਰਿਹਾ ਹੈ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਉਹ ਖੇਲ ਨੂੰ ਖੇਲ ਕੇ ਬਿਗਸੈ ਪ੍ਰਸੰਨ ਹੁੰਦਾ ਹੈ ਅੰਤਰਜਾਮੀ। ਜੋ ਭਾਵੈ ਸੋ ਕਾਰ ਕਰਾਵੈ। ਜੋ ਵਾਹਿਗੁਰੂ ਪਰਮੇਸ਼ਰ ਨੂੰ ਭਾਉਂਦਾ ਉਹ ਹੀ ਜੀਵਾਂ ਤੋਂ ਕਾਰ ਕਰਾਉਂਦਾ ਹੈ। ਕਿਉਂਕਿ ਸਾਰੇ ਕਾਰ ਉਹਦੀ ਲਕੀਰ ਦੇ ਅੰਦਰ ਹੈ। ਉਹ ਤੋਂ ਬਾਹਰ ਘੇਰੇ ਤੋਂ ਕੋਈ ਨਿਕਲ ਨਹੀਂ ਸਕਦਾ। ਕਿੰਨਾ ਕੁ ਦੌੜ ਜਾਵਾਂਗੇ, ਕਿੱਥੇ ਭੱਜ ਜਾਵਾਂਗੇ? ਉਹ ਤੋਂ ਭੱਜਣਾ ਬਹੁਤ ਔਖਾ। ਬੰਦੇ ਤੋਂ ਬੰਦਾ ਸ਼ਾਇਦ ਭੱਜ ਜਾਏ, ਉਦੋਂ ਭਜਣਾ ਔਖਾ। ਇਸ ਵਾਸਤੇ ਜੋ ਉਹਨੂੰ ਪਾਉਂਦਾ ਉਹੀ ਕਾਰ ਕੰਮ ਕਰਾਉਂਦਾ ਹੈ। ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਪਰ ਕਹਿੰਦੇ ਬੰਦਿਆਂ ਦੀ ਬੁੱਧੀ ਤੇ ਐਸਾ ਮਾਇਆ ਦਾ ਪਰਦਾ ਪਾਇਆ, ਸਭ ਕੇ ਮਦ ਅਲਿਪਤੋ ਹੈ। ਆਤਮਾ ਕਰਕੇ ਸਾਰਿਆਂ 'ਚ ਰਹਿ ਵੀ ਰਿਹਾ, ਹਰ ਜਗ੍ਹਾ ਵਿਆਪਕ ਵੀ ਹੈ। ਐਸਾ ਗਿਆਨ, ਐਸਾ ਬੁੱਧੀ ਤੇ ਅਵਰਨ ਪਰਦਾ ਪਾਇਆ, ਕਹਿੰਦੇ ਨਜ਼ਰ ਵੀ ਨਹੀਂ ਆਉਂਦਾ। ਪਰ ਜਿਨ੍ਹਾਂ ਤੇ ਸੰਤ ਕਿਰਪਾ ਜੇ ਕਰੇ, ਨਾਨਕ ਸੰਤ ਸੰਗ ਨਿੰਦਕ ਵੀ ਧਰੇ। ਤੇ ਜੇ ਉਹਦੀ ਕਿਰਪਾ ਹੋ ਜਾਏ, ਕਿਸੇ ਟੁੱਟੇ ਹੋਏ ਫਕੀਰ ਦੀ ਸੰਗਤ ਮਿਲ ਜਾਏ ਔਰ ਉਹਦੇ ਦੱਸੇ ਹੋਏ ਬਚਨਾਂ ਮੁਤਾਬਕ ਕਮਾਈ ਕੀਤੀ ਜਾਏ, ਤੇ ਜਿਹੜੀਆਂ ਆਤਮਾ ਦੇ ਦੁਆਲੇ ਇਹ ਅਗਿਆਨ ਦੇ ਪਰਦੇ, ਅਨਮੈ ਕੋਸ਼ ਹੈ, ਮਨੋਮੈ, ਪ੍ਰਾਣਮੈ, ਵਿਗਿਆਨਮੈ, ਆਨੰਦਮੈ ਕੋਸ਼ਾਂ ਦੇ ਪੜਦੇ ਹੈ, ਸਤੋ ਰਜੋ ਤਮੋ ਦੇ, ਮਾਇਆ ਦੇ ਪੜਦੇ ਹੈ, ਇਹਨਾਂ ਦਾ ਜਾਲ ਟੁੱਟ ਜਾਂਦਾ। ਫਿਰ ਸਰੂਪ ਦੀ ਜਿਹੜੀ ਲਖਤਾ ਸਾਖਿਆਤਤਾ ਹੋ ਜਾਂਦੀ ਹੈ। ਤੇ ਜਿੰਨਾ ਚਿਰ ਉਹ ਗਿਆਨ ਦ੍ਰਿਸ਼ਟੀ ਨਹੀਂ ਦਿੰਦਾ, ਤੇ ਫਿਰ ਕਹਿੰਦੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ। ਉਹਦੀ ਬਖਸ਼ੀ ਹੋਈ ਦ੍ਰਿਸ਼ਟੀ ਤੋਂ ਬਿਨਾਂ ਹੋਰ ਕੁਝ ਨਜ਼ਰ ਨਹੀਂ ਆਉਂਦਾ। ਹਾਂ, ਜੋ ਗਿਆਨ ਦ੍ਰਿਸ਼ਟੀ ਦੇ ਅਵਰ ਨਾ ਆਵੇ, ਉਸ ਵਾਹਿਗੁਰੂ ਤੋਂ ਭਿੰਨ ਹੋਰ ਦੂਜਾ ਨਹੀਂ ਦਿੰਦਾ। ਉਹ ਸਾਰਿਆਂ ਨੂੰ ਪਰਮਾਤਮਾ ਨੂੰ ਦੇਖਣ ਵਾਲਾ ਬਣ ਜਾਂਦਾ ਕਨ੍ਹਈਏ ਨੂੰ। ਤੇ ਜਿਹੜੇ ਅਗਿਆਨੀ ਆ ਉਹ ਆਪਣੇ ਆਪ ਨੂੰ ਦੇਖਦੇ, ਉਹਨਾਂ ਦੂਆ ਨਜ਼ਰ ਨਹੀਂ ਆਉਂਦਾ। ਜਿਹੜੇ ਗਿਆਨਵਾਨ ਹੈ ਉਹ ਕਹਿੰਦੇ ਅਵਰ ਪਰਮਾਤਮਾ ਤੋਂ ਭਿੰਨ ਹੈ ਹੀ ਕੋਈ ਨਹੀਂ, ਸਾਰਾ ਕੁਝ ਉਹ ਆਪੇ ਹੀ ਹੈ। ਅਬ ਸਮਾਣੀ ਜੋਤ ਜੋ ਜਲ ਘਟਾਊ, ਚੰਦਰਮਾ ਕੀ ਗਿਆ ਸਰੂ। ਸਾਰਿਆਂ ਵਿੱਚੋਂ ਸਰਗੁਣ ਨਿਰਗੁਣ ਆਪ ਹੀ ਹੈ। ਸਰਗੁਣ ਸਰੂਪੀ ਆਪ ਹੈ, ਨਿਰਗੁਣ ਸਰੂਪੀ ਆਪ ਹੈ, ਸ਼ਬਦ ਸਰੂਪੀ ਆਪ ਹੀ ਹੈ, ਸੰਗਤ ਰੂਪੀ ਆਪ ਹੀ ਹੈ, ਵਿਰਾਟ ਰੂਪ ਜਿੰਨਾ ਹੈ ਤਾਂ ਉਹ ਹੀ, ਉਦੋਂ ਭਿੰਨ ਤਾਂ ਕੋਈ ਹੈ ਹੀ ਨਹੀਂ। ਅਗਿਆਨਤਾ ਕਰਕੇ ਜੁਦਾ ਜੁਦਾ ਦੀਦਾ। ਜਿਵੇਂ ਉਹ ਬਾਲਕ ਪਿਓ ਨੂੰ ਕਹਿੰਦਾ ਤੂੰ ਮੇਲੇ ਚਲਿਆ ਬਾਪੂ, ਮੇਰੇ ਲਈ ਖਿਡੌਣੇ ਵੀ ਲਿਆਈ, ਖਾਣ ਵਾਲੀ ਚੀਜ਼ ਲਿਆਈ। ਉਹ ਕਹਿੰਦੇ ਖੰਡ ਦੇ ਖਿਡੌਣੇ ਬਣਾਏ ਸੀ ਰੰਗ ਬਿਰੰਗੇ, ਬਹੁਤ ਵਧੀਆ ਵਧੀਆ, ਤੇ ਉਹ ਖਾਣ ਵਾਲਾ ਵੀ ਸੀ। ਉਹ ਜਿਹੜੇ ਲਾਇਆ ਕਹਿੰਦਾ ਬਾਪੂ ਖਿਡੌਣੇ ਲਿਆ, ਖਾਣ ਨਹੀਂ ਲਿਆਇਆ। ਕਹਿੰਦਾ ਮੂੰਹ 'ਚ ਤਾਂ ਪਾ,
ਤੇ ਮੂੰਹ ਵਿੱਚ ਪਾਵੇ ਸਾਰੇ ਖਾਣ ਵਾਲੇ। ਉਹ ਦੇਖਣ ਨੂੰ ਖਿਡੌਣੇ ਭਿੰਨ ਪ੍ਰਤੀਤ ਹੁੰਦੇ ਆ, ਜਿਹੜੇ ਮੂੰਹ ਚ ਪਾਇਆ ਤੇ ਖੰਡੇ ਹੀ ਆ। ਇਸ ਤਰ੍ਹਾਂ ਜਿੰਨੀ ਸ੍ਰਿਸ਼ਟੀ ਅਗਿਆਨ ਕਰਕੇ ਨਨਤਵ ਨਾਨਾ ਪ੍ਰਕਾਰ ਦੀ ਨਜ਼ਰ ਆ ਰਹੀ ਹੈ। ਜਦੋਂ ਆਤਮਾ ਦ੍ਰਿਸ਼ਟੀ ਕਰਕੇ ਦੇਖੀਏ ਇਹ ਸਾਰਾ ਪ੍ਰਪੰਚ ਦਾ ਹੀ ਹੈ। ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਨ ਨਾ ਕੋਈ। ਜਦੋਂ ਵਿਚਾਰਾਂਗੇ ਆਨ ਉਸ ਤੋਂ ਭਿੰਨ ਕੋਈ ਹੈ ਹੀ ਨਹੀਂ। ਅਗਿਆਨੀਆਂ ਦਾ ਝਗੜਾ ਕਿਉਂ ਆ? ਉਹ ਆਪਣੇ ਨੂੰ ਹੋਰ ਸਮਝਦੇ, ਦੂਏ ਨੂੰ ਹੋਰ। ਜਿਹੜਾ ਗਿਆਨਵਾਨ ਆ ਉਹਦਾ ਨਾ ਕਦੀ ਝਗੜਾ ਹੋਇਆ, ਨਾ ਹੈ ਨਾ ਹੋਊਗਾ। ਕਬੀਰ ਸਾਹਿਬ ਗਿਆਨਵਾਨ ਜੋ ਕਹਿੰਦੇ ਹਮਰਾ ਝਗੜਾ ਰਾਹ ਨਾ ਹੋ, ਪੰਡਤ ਮੁੱਲਾ ਛਾੜੇ ਤੂੰ। ਇਹ ਪੁਜਾਰੀਆਂ ਨੇ ਝਗੜੇ ਪਾਏ ਹੋਏ। ਇਹ ਸਾਡਾ ਧਰਮ ਵੱਡਾ, ਦੂਏ ਦਾ ਛੋਟਾ। ਆਪਣੀ ਸੰਪਰਦਾ ਬਹੁਤ ਵਧੀਆ। ਹੁਣ ਤਾਂ ਸਿੱਖਾਂ 'ਚ ਸਾਡਾ ਅੰਮ੍ਰਿਤ ਬਹੁਤ ਵਧੀਆ, ਅੰਮ੍ਰਿਤ ਵੀ ਵੰਡ ਲਿਆ। ਗੱਜ ਕੇ ਬੋਲੋ, ਫਤਿਹ ਵੀ ਵੰਡ ਲਈ। ਸਾਡੇ ਜਥੇਬੰਦੀ ਦਾ ਹੋਏ ਬੁਲਾਉਣੀ ਆ, ਦੂਏ ਦਾ ਹੋਇਆ ਫੇਰ ਨਹੀਂ ਬੁਲਾਉਣੀ, ਫੇਰ ਨਹੀਂ ਬੁਲਾਉਣੀ, ਕਿਉਂਕਿ ਸਾਡੀ ਜਥੇਬੰਦੀ ਦਾ ਇਹ ਸਾਡੀ ਦ੍ਰਿਸ਼ਟੀ ਦੇ ਲੋਕ ਕਿੱਧਰ ਨੂੰ ਤੁਰ ਪਏ ਅਸੀਂ, ਕਿਹੜੇ ਪਾਸੇ ਤੁਰ ਪਏ। ਤੇ ਮਹਾਰਾਜ ਨੇ ਕੀ ਕੀਤਾ ਸੀ? ਉਹਨੇ ਮੱਕੇ ਜਾ ਕੇ ਕੀ ਦੱਸਿਆ? ਇਹ ਕੁਝ ਦੱਸਿਆ ਕਿ ਉਹਦਾ ਚਾਰ ਚੁਫੇਰੇ ਹੀ ਹੈ, ਉਹ ਤੋਂ ਭਿੰਨ ਹੈ ਹੀ ਕੋਈ ਨਹੀਂ। ਜਹ ਜਾ ਦੇਖਾ ਤੈਂ ਦੂਰ ਦੂਰ ਕਤ ਹੋ ਨਾ ਜਾਈ, ਰਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਅੱਜ ਅਫਸੋਸ ਹੈ ਇੱਕ ਸਿੱਖ ਨੂੰ ਦੂਏ ਸਿੱਖ 'ਚ ਨਹੀਂ ਦਿਸ ਰਿਹਾ, ਬਾਕੀ ਸ੍ਰਿਸ਼ਟੀ ਦਾ ਹੀ ਕੀ ਦੇਖਣਾ। ਸਾਡੀ ਹਾਲਤ ਕਿਹੋ ਜਿਹੀ ਬਣਦੀ ਜਾ ਰਹੀ। ਪਰ ਜਿਹੜਾ ਗੁਰਸਿੱਖ ਬਣ ਜਾਂਦਾ ਉਹਦੀ ਦ੍ਰਿਸ਼ਟੀ ਤਾਂ ਇੰਨੀ ਮਹਾਨ ਹੋ ਜਾਂਦੀ ਹੈ, ਉਹਨੂੰ ਜਰਰੇ ਜਰਰੇ 'ਚ ਪਰਮਾਤਮਾ ਦੀ ਜੋਤ ਨਜ਼ਰ ਆਉਂਦੀ, ਕਣ ਕਣ ਦੇ ਵਿੱਚ। ਬਾਬਾ ਸਾਹਿਬ ਨੇ ਬੇਦੀ ਕੋਲੇ ਇੱਕ ਮਹਾਂਪੁਰਖ ਗਏ, ਕਦੀ ਐਨੂੰ ਮੱਥਾ ਟੇਕ, ਕਦੀ ਐਨੂੰ। ਕਹਿੰਦੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਤੇਰੀ ਇਹ ਕੀ ਗੱਲ ਆ? ਪੁੱਛਿਆ ਇਹ ਕੀ ਗੱਲ ਹੈ? ਕਹਿੰਦੇ ਮੈਂ ਜਿੱਧਰ ਦੇਖਦਾ ਉਧਰ ਹੀ ਗੁਰੂ ਨਾਨਕ ਬੈਠੇ ਆ। ਗੱਜ ਕੇ ਬੋਲੋ, ਚਾਰ ਚੁਫੇਰੇ ਮੈਨੂੰ ਦਿਸੀ ਜਾਂਦਾ, ਤਾਂ ਹੀ ਮੈਂ ਚਾਰ ਫੇਰ ਮੱਥਾ ਟੇਕੀ ਜਾਂਦਾ। ਜਦੋਂ ਦਿਵ ਦ੍ਰਿਸ਼ਟੀ ਗਿਆਨ ਦ੍ਰਿਸ਼ਟੀ ਮਿਲ ਜਾਂਦੀ ਹੈ। ਜਿਹੜੇ ਅਗਿਆਨੀ ਲੋਕ ਆ ਉਹਨਾਂ ਨੂੰ ਆਪਣੇ 'ਚ ਨਹੀਂ ਦਿਖਦਾ, ਉਹਨੂੰ ਦੂਏ 'ਚ ਕੀ ਦੇਖਣ। ਤੇ ਜਿਨ ਆਪਣੇ 'ਚ ਦੇਖ ਰਿਹਾ ਉਹਨੂੰ ਦੂਏ 'ਚ ਵੀ ਦਿਖਣ ਲੱਗ ਪੈਂਦਾ। ਸੋ ਇਸ ਵਾਸਤੇ ਐਸੀ ਗਿਆਨ ਦ੍ਰਿਸ਼ਟੀ ਬਣਾਓ ਅੱਜ ਮਨੁੱਖ ਦੇ ਅੰਦਰ, ਜਿਹੜਾ ਵੈਰ ਭਾਵ, ਈਰਖਾ ਵਾਲਾ ਭਾਵ, ਇੱਕ ਦੂਏ ਬੁਰੇ ਵਾਲਾ ਭਾਵ। ਹੁਣ ਦੇਖੋ ਪਤਨੀ ਤੇ ਪਤੀ ਦੇ ਝਗੜੇ, ਪੁੱਤ ਪਿਓ ਦੇ ਝਗੜੇ ਆ, ਭਰਾ ਭਰਾ ਦੇ ਝਗੜੇ ਆ, ਮਿੱਤਰ ਮਿੱਤਰ ਦੇ ਝਗੜੇ ਆ, ਗੁਰੂਆਂ ਚੇਲਿਆਂ ਦੇ ਝਗੜੇ ਆ, ਅਦਾਲਤਾਂ ਚੱਲ ਰਹੇ। ਕਿਉਂ? ਗਿਆਨ ਦ੍ਰਿਸ਼ਟੀ ਤੋਂ ਜਣੇ। ਜੇ ਗਿਆਨ ਦ੍ਰਿਸ਼ਟੀ ਬਣ ਜਾਏ ਫਿਰ ਝਗੜਾ ਹੈ ਹੀ ਕੋਈ ਨਹੀਂ, ਫਿਰ ਝਗੜੇ ਮਿਟ ਜਾਂਦੇ। ਸੋ ਇਸ ਵਾਸਤੇ ਇਹ ਤਾਂ ਪੈਦਾ ਹੋਏਗੀ ਜੇ ਗਿਆਨਵਾਨ ਪੁਰਖਾਂ ਦੀ ਸੰਗਤ ਕਰਾਂਗੇ। ਜੇ ਦਵੈਤਵਾਦੀਆਂ ਦੀ ਸੰਗਤ ਕਰਾਂਗੇ ਉਹਨੇ ਦਵੈਤ ਹੀ ਪੈਦਾ ਕਰਨੀ। ਜੇ ਬੁਲਾਰੇ ਦਵੈਤ ਦਾ ਪ੍ਰਚਾਰ ਕਰਦੇ ਤੇ ਸਰੋਤਿਆਂ 'ਚ ਏਕਤਾ ਕਿੱਥੋਂ ਆ ਜਾਏਗੀ? ਅੱਜ ਸਟੇਜਾਂ ਤੇ ਦਵੈਤ ਦਾ ਪ੍ਰਚਾਰ ਬਹੁਤ ਹੋ ਰਿਹਾ, ਜਿਹਦੇ ਕਾਰਨ ਮਨੁੱਖ ਦਾ ਬੈਰੀ ਹੁੰਦਾ ਜਾ ਰਿਹਾ। ਤੇ ਜੇ ਏਕਤਾ ਦਾ ਪ੍ਰਚਾਰ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਿਧਾਂਤ ਦਿੱਤਾ ਸੀ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਾਈ ਅਬਲ ਅਲਹ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਭਰਮ ਨਾ ਭੂਲੋ ਪਾਈ, ਖਾਲਕ 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 ਮੈਂ ਖਾਲਕ, ਪੂਰ ਰਹੋ ਸਰਬ ਠਾਈ। ਆ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ। ਇੰਨੀ ਏਕਤਾ ਵਾਲੀ ਬਾਣੀ, ਇਹ ਪੜ੍ਹ ਕੇ ਵੀ ਸਾਡੇ ਅੰਦਰ ਦਵੈਤਵਾਦ ਆ। ਏਕਤਾ ਵਾਲੀ ਬਾਣੀ ਦੇ ਦੁਆਲੇ ਪ੍ਰਕਰਮਾਂ ਕਰਕੇ ਵੀ ਪਤੀ ਪਤਨੀ ਦੇ ਝਗੜੇ, ਸਿੱਖਾਂ ਦੇ ਝਗੜੇ। ਕਿਉਂ ਝਗੜੇ? ਉਹ ਏਕਤਾ ਵਾਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਇਹਦੇ ਦੁਆਲੇ ਪ੍ਰਕਰਮਾਂ ਕਰਕੇ ਵੀ ਤੁਸੀਂ ਏਕਤਾ ਨੂੰ ਨਹੀਂ ਸਮਝਿਆ। ਕਿਉਂਕਿ ਪ੍ਰਚਾਰ ਬਹੁਤ ਦਵੈਤ ਦਾ ਹੋ ਰਿਹਾ, ਅਦਵੈਤ ਦਾ ਪ੍ਰਚਾਰ। ਕਿਤਾਬਾਂ ਬੜੀਆਂ ਦਵੈਤਵਾਦ ਵਿੱਚ ਲਿਖੀਆਂ ਜਾ ਰਹੀਆਂ, ਇੱਕ ਦੂਜੇ ਦੇ ਖਿਲਾਫ ਬੜਾ ਕੁਝ ਹੋ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸੋ ਜੀ ਸਮਤ ਬਖਸ਼ਿਸ਼ ਕਰਨ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਕਰੀਏ ਤੇ ਸਾਨੂੰ ਉਹਨਾਂ ਏਕਤਾਵਾਦੀ ਪੁਰਸ਼ਾਂ ਵਾਲੀ ਵਿਅਕਤੀ ਪ੍ਰਾਪਤ ਹੋ ਜਾਏ, ਜਾਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਿਧਾਂਤ ਇਹ ਸਾਰੀ ਦੁਨੀਆ ਤੇ ਫੈਲਾਇਆ ਜਾ ਸਕੇ, ਤਾਂ ਜੋ ਸਮਝਣ ਕਿ ਗੁਰੂ ਨਾਨਕ ਪਾਤਸ਼ਾਹ ਜੀ ਕਿਤਨੇ ਅਦਵੈਤਵਾਦੀ ਸਨ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਹਾਂਜੀ ਕਹੋ ਮਾ ਦੁਖ ਤੇ ਕਿਆ ਹੋਇ ਆਵ, ਪੰਕਤੀਆਂ ਆਖਰੀ। ਜੋ ਭਾਵ